ਮੈਨੂੰ ਖੁਸ਼ੀ ਆ ਕਿ ਕਿਸਾਨ ਯੂਨੀਅਨ ਨੇ ਕਾਲੀਆਂ ਭੇਡਾਂ ਨਹੀਂ ਵਿੱਚ ਵੜਨ ਦਿੱਤੀਆਂ। ਇਹ ਬਚੇ ਰਹੋਗੇ, ਕੁਛ ਮਿਲੂਗਾ ਤੁਹਾਨੂੰ ਤੇ ਅਣਖ ਤੇ ਗੈਰਤ ਨਾਲ ਮਿਲਣਾ, ਉਹ ਗੈਰਤ ਕਰਕੇ ਮਿਲਣਾ, ਅਖਲਾਕ ਕਰਕੇ ਮਿਲਣਾ, ਵਰਨਾ ਇਹ ਕਾਲੀਆਂ ਭੇਡਾਂ ਖਰਾਬ ਕਰਨਗੇ। ਅਸੀਂ ਆਪਣਾ ਧਰਮ ਵੀ ਗਵਾ ਬੈਠੇ ਆ। ਅੱਜ ਜੇ ਕਿਸਾਨ ਨੂੰ ਕਿਤੇ ਕੋਈ ਫਲ ਲੱਗਾ ਤੇ ਕੱਲਾ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਨੂੰ ਫਲ ਲੱਗਾ, ਉਹਨੇ ਤਰੱਕੀ ਕੀਤੀ ਨੇ ਤੇ ਸਾਰੇ ਕਿਸਾਨ ਜਿਹੜੇ ਖੁਦਕਸ਼ੀਆਂ ਕਰਨ ਨੂੰ ਤਿਆਰ ਬੈਠੇ ਨੇ। ਇਹ ਕਿਸਾਨੀ ਦੇ ਉੱਤੇ ਜੋ ਵਾਰ ਹੋਇਆ ਉਹਦੇ ਲਈ ਕਈ ਦਿਨਾਂ ਤੋਂ ਕਿਸਾਨ ਯੂਨੀਅਨ ਦੇ ਨਾਲ ਜਿਹੜੇ ਕਿਸਾਨਾਂ ਦੇ ਹਿਤੈਸ਼ੀ ਨੇ, ਵੱਖ-ਵੱਖ ਕਿੱਤਿਆਂ ਨਾਲ ਸੰਬੰਧਿਤ ਨੇ, ਸਾਰੇ ਹਮਦਰਦੀ ਲੈ ਕੇ ਉਹਨਾਂ ਦੇ ਨਾਲ ਖੜੇ ਹਨ। ਮੈਨੂੰ ਮਾਣ ਹੈ ਕਿ ਅੱਜ ਮੈਨੂੰ ਵੀ ਮੌਕਾ ਮਿਲਿਆ ਇੱਥੇ ਆਉਣ ਦਾ, ਹਾਜ਼ਰੀ ਲਵਾਉਣ ਦਾ। ਸਾਡਾ ਸੂਬਾ ਖੇਤੀ ਪ੍ਰਧਾਨ ਸੂਬਾ ਹੈ, ਖਾਸ ਕਰਕੇ ਹਰਿਆਣਾ ਤੇ ਪੰਜਾਬ। ਇਹ ਦੋ ਸੂਬੇ ਹੀ ਸ਼ੁਰੂ ਤੋਂ ਗਿਣੇ ਜਾਂਦੇ ਨੇ ਜਿਨ੍ਹਾਂ ਨੇ ਇੰਡੀਆ ਨੂੰ ਆਪਣੇ ਪੈਰਾਂ ਸਿਰ ਤੇ ਕੀਤਾ ਸੀ। ਪਰ ਮੈਨੂੰ ਲੱਗਦਾ ਹੈ ਕਿ ਦੂਸਰੀਆਂ ਸਟੇਟਾਂ ਵਿੱਚ ਵੀ ਕੋਈ ਸਾਡੇ ਪੰਜਾਬੀ ਭਰਾ ਜਾ ਕੇ ਵਸੇ ਨੇ ਤੇ ਉੱਥੇ ਵੀ ਫਸਲਾਂ ਬਹੁਤ ਹੋਣ ਲੱਗ ਪਈਆਂ ਤੇ ਬੇਕਦਰੀ ਹੋ ਰਹੀ ਆ ਸਾਡੇ ਪੰਜਾਬ ਦੀ, ਪੰਜਾਬ ਦੇ ਕਿਸਾਨ ਦੀ, ਉਹਨਾਂ ਦੀਆਂ ਫਸਲਾਂ ਦੀ। ਤੋ ਖਾਸ ਕਰਕੇ ਜਿਹੜਾ ਆਰਡੀਨੈਂਸ ਜਾਰੀ ਹੋਇਆ, ਇਹ ਬੜਾ, ਜਿਸ ਤਰ੍ਹਾਂ ਮੈਂ ਸਮਝਦਾ, ਕੁਹਾੜਾ ਫੇਰਨ ਵਾਲਾ ਕੰਮ ਕੀਤਾ ਇਹਨੇ। ਪਰ ਦੁੱਖ ਦੀ ਗੱਲ ਹੈ ਕਿ ਕੁਹਾੜੇ ਦਾ ਦਸਤਾ ਸਾਡੇ ਲੀਡਰ ਬਣਦੇ ਨੇ। ਅਸੀਂ ਜਿਹੜੇ ਆਰਡੀਨੈਂਸ ਦਾ ਰੂਪ ਅੱਜ ਦੇਖਿਆ, ਉਹਦੀ ਅੰਦਰਲੀ ਜਿਹੜੀ ਰੂਹ ਸੀ ਉਹ ਸਾਡੇ ਆਪਣੇ ਲੀਡਰਾਂ ਨੇ ਪੂਰੀ ਕੀਤੀ। ਜਦੋਂ ਇੱਥੇ ਸਾਈਲੋ ਬਣੇ, ਅਡਾਨੀ ਤੇ ਅੰਬਾਨੀ ਆਏ, ਸਾਨੂੰ ਉਹਨਾਂ ਦਿਨਾਂ 'ਚ ਪਤਾ ਨਹੀਂ ਸੀ ਵੀ ਕੀ ਹੋ ਰਿਹਾ। ਪਰ ਤੁਸੀਂ ਦੇਖੋ ਵੀ ਅੱਜ ਕਿਲਾ ਰਾਏਪੁਰ ਦੇ ਲਾਗੇ, ਰੇਲਵੇ ਸਟੇਸ਼ਨ ਦੇ ਲਾਗੇ ਕਿੰਨਾ ਵੱਡਾ ਸਾਈਲੋ ਬਣਿਆ ਅਡਾਨੀ ਦਾ। ਤਲਵੰਡੀ ਭਾਈ ਦੇ ਮੋੜ ਤੇ ਉੱਥੇ ਬਹੁਤ ਵੱਡਾ ਇਹਦਾ ਗੋਦਾਮ ਬਣਿਆ। ਸੰਗਰੂਰ ਜ਼ਿਲ੍ਹੇ 'ਚ 3 ਬਣੇ। ਤੋ ਇਹ ਸਾਨੂੰ ਇਹ ਜਿਹੜੇ ਸੁਪਨੇ ਦਿਖਾਏ ਜਾ ਰਹੇ ਸੀ ਕਿ ਬਾਹਰ ਵੀ ਇਸੇ ਤਰ੍ਹਾਂ ਹੀ ਆ, ਵਿਦੇਸ਼ਾਂ 'ਚ ਵੀ ਇਸੇ ਤਰ੍ਹਾਂ ਹੀ ਆ, ਪਰ ਵਿਦੇਸ਼ਾਂ 'ਚ ਇਸ ਤਰ੍ਹਾਂ ਹੈ ਨਹੀਂ। ਮੈਂ ਯੂਰਪ ਦੇ ਵਿੱਚ ਗਿਆ, ਮੈਂ ਦੇਖਿਆ ਉੱਥੇ ਕਿ ਜਿਹੜਾ ਕਿਸਾਨ ਆ ਉਹ ਇੱਕ ਫਸਲ ਬੀਜਦਾ, ਸਾਰੇ ਸਾਲ 'ਚ ਇੱਕ ਫਸਲ ਬੀਜਦਾ ਤੇ ਉਹ ਟਾਈ ਲਾ ਕੇ ਐਤਵਾਰ ਤੇ ਸ਼ਨੀਚਰਵਾਰ ਮਾਰਕੀਟ 'ਚ ਘੁੰਮਦਾ ਟਾਈ ਲਾ ਕੇ। ਸਾਡੇ ਇੱਥੇ ਕਿਸਾਨ ਨੂੰ ਸੁਰਤ ਨਹੀਂ ਆਉਂਦੀ, 3-3 ਫਸਲਾਂ ਬੀਜ ਕੇ ਵੀ ਉਹਨੂੰ ਸੁਰਤ ਨਹੀਂ ਆਉਂਦੀ, ਕਰਜ਼ਾ ਹੀ ਰਹਿੰਦਾ। ਉੱਥੇ ਸਿਸਟਮ ਜਿਹੜਾ ਮੈਂ ਦੇਖਿਆ, ਬਾਰ-ਬਾਰ ਅੱਜ ਵੀ ਗੱਲ ਕੀਤੀ, ਜੇ ਬਾਹਰ ਵਿਦੇਸ਼ਾਂ 'ਚ ਵੀ ਇਸ ਤਰ੍ਹਾਂ ਹੈ, ਵਿਦੇਸ਼ਾਂ 'ਚ ਇਸ ਤਰ੍ਹਾਂ ਨਹੀਂ। ਵਿਦੇਸ਼ਾਂ ਦੇ ਵਿੱਚ ਛੋਟਾ ਜ਼ਿਮੀਂਦਾਰ ਤੇ ਹੈ ਹੀ ਨਹੀਂ, ਵੱਡੇ ਜ਼ਿਮੀਂਦਾਰ ਨੇ 2000 ਏਕੜ ਜ਼ਮੀਨ, ਵੱਡੇ-ਵੱਡੇ ਪਲਾਟ ਨੇ ਉੱਥੇ। ਜਿਸ ਤਰ੍ਹਾਂ ਯੂਰਪ ਦੇ ਵਿੱਚ ਚਲੇ ਜਾਓ, ਤੁਸੀਂ ਜਰਮਨੀ ਚਲੇ ਜਾਓ, ਉੱਥੇ ਇੱਕ ਹੁੰਦਾ ਜਿਹੜਾ ਚੁਕੰਦਰ ਹੁੰਦਾ ਚਿੱਟੇ ਰੰਗ ਦਾ, ਜਿਹਦੀ ਚੀਨੀ ਬਣਦੀ। ਤੋ ਜਦੋਂ ਚੁਕੰਦਰ ਬੀਜਦਾ ਆਪਣਾ ਕਿਸਾਨ, ਤੇ ਉਹਨੂੰ ਇੱਕ ਤੇ ਉਹਨਾਂ ਨੇ ਪੈਟਰੋਲ ਪੰਪ ਜਿਹੜਾ ਉਹਦਾ ਕਨੈਕਸ਼ਨ ਉੱਥੇ ਦਿੱਤਾ ਖੇਤਾਂ 'ਚ, ਤੇ ਉਹਦੇ ਰੰਗ ਦਾ ਜਿਹੜਾ ਡੀਜ਼ਲ ਦਾ ਰੰਗ, ਉਹਦਾ ਰੰਗ ਚੇਂਜ ਆ, ਦੂਸਰੇ ਡੀਜ਼ਲ ਨਾਲੋਂ ਵੱਖਰਾ। ਉਹ ਸਬਸਿਡੀ ਨਾਲ ਦਿੱਤਾ ਜਾਂਦਾ, ਤੇਲ ਪਾਇਆ ਜਾਂਦਾ। ਉਹ ਜਦੋਂ ਦੇਖਦੇ ਆ ਕਿ ਇੰਨੀ ਫਸਲ ਜਿਹੜੀ ਇਸ ਪਲਾਂਟ ਦੇ ਵਿੱਚ ਹੋਣੀ ਆ, ਉਹਦਾ ਬੀਮਾ ਕੀਤਾ ਜਾਂਦਾ। ਸਰਕਾਰ ਬੀਮਾ ਕਰਕੇ ਇਹ ਤੈਅ ਕਰਦੀ ਆ ਕਿ ਜੇ ਤੇ ਫਸਲ ਬਰਫ਼ ਨਾਲ ਨੁਕਸਾਨੀ ਗਈ ਤੇ ਤੁਹਾਨੂੰ ਬੀਮਾ ਮਿਲੂਗਾ, ਤੇ ਜੇ ਫਸਲ ਆ ਗਈ ਪੂਰੀ ਤੇ ਅਸੀਂ ਇੰਨੀ ਫਸਲ ਚੁੱਕਾਂਗੇ। ਉਹ ਚੁੱਕਦੇ ਨੇ, ਫਿਰ ਉਹ ਜਦੋਂ ਫਸਲ ਚੁੱਕਦੇ ਨੇ ਤੇ ਉਹਨਾਂ ਦੇ ਅਕਾਊਂਟ 'ਚ ਉਸ ਵੇਲੇ ਪੈਸੇ ਆ ਜਾਂਦੇ ਨੇ। ਤੋ ਉੱਥੇ ਜ਼ਿਮੀਂਦਾਰ ਨੂੰ ਇਹ ਵੀ ਹੱਕ ਆ ਕਿ ਤੁਸੀਂ ਗੋਦਾਮ ਬਣਾ ਕੇ ਆਪਣੀ ਫਸਲ ਨੂੰ ਪ੍ਰੀਜ਼ਰਵ ਕਰਨਾ ਚਾਹੋ, ਸਟਾਕ ਕਰਨਾ ਚਾਹੋ ਤਾਂ ਕਰ ਸਕਦੇ ਹੋ। ਇੱਥੇ ਉਹ ਤੁਹਾਨੂੰ ਨਹੀਂ ਹੱਕ ਹਾਸਲ। ਉਹ ਹੱਕ ਹਾਸਲ ਹੈ ਜਿਹੜਾ ਸਰਮਾਏਦਾਰ ਹੈ। ਜਿਹੜੇ ਸਰਮਾਏਦਾਰ ਨੇ ਪੈਸਾ ਸੈਂਟਰ ਗਵਰਨਮੈਂਟ ਤੋਂ ਲੈ ਕੇ ਤੁਹਾਡੀ ਫਸਲ ਚੁੱਕਣੀ ਹੈ ਤੇ ਤੁਹਾਨੂੰ ਤੁਹਾਡੀ ਫਸਲ ਲੈਣੀ ਕੌਡੀਆਂ ਦੇ ਭਾਅ ਤੇ ਸਟੋਰ ਕਰਕੇ ਉਹਨੇ ਸੋਨੇ ਦੀ ਕੀਮਤ ਤੇ ਦੇਣੀ ਹੈ। ਜਿਸ ਤਰ੍ਹਾਂ ਅਸੀਂ ਦੇਖ ਰਹੇ ਪਿਆਜ਼ ਕਿਸ ਤਰ੍ਹਾਂ ਫਰੀ ਦੇ ਫੰਡ ਹਿਸਾਬ ਨਾਲ ਲੈਂਦੇ ਨੇ ਤੇ ਜੋ ਸਟੋਰ ਕਰ ਲੈਂਦੇ ਨੇ ਉਹੀ ਪਿਆਜ਼ ਦਾ 100 ਰੁਪਏ ਕਿਲੋ ਅਸੀਂ ਲੈਂਦੇ ਹਾਂ। ਇਸੇ ਤਰ੍ਹਾਂ ਆਲੂ ਦਾ ਹਾਲ ਹੈ। ਇੱਥੇ ਆਲੂ ਸੜਕਾਂ ਤੇ ਸੁੱਟਣੇ ਪੈਂਦੇ ਨੇ
पर जदों तुसी चिप्स खरीदते हो तो 200 रुपये किलो के हिसाब नाल खरीदते हो। आंदी आलूआं दी। तो ये किसानी दे जिहड़ा खेती प्रधान सूबा है ओहदियां घट्टो घट्ट साडियां अपणियां सरकारां जिहड़ियां उन्हां नूं चाहीदा है कि ये नफा नुकसान सोच के फिर वो आप अगवाई करन। अज किसान सड़कां ते आउंदा, चंगी गल इह हुंदी सरकार आप सड़क ते आउंदी, सरकार सड़क ते आउंदी ते जिहड़े खा ते चट चुके ने सदियां तक पंजाब नूं ओह परिवार सड़क ते आउंदे। पर दुख दी गल है कि वो कुहाड़े दा दस्ता बने, जिहड़े कुहाड़े नाल पंजाब नूं वढिया जा रहा। तो असीं जदों भी मार खाने अपने लीडरां तो खाने। मैनूं खुशी है कि किसान यूनियन ने कालियां भेडां नहीं विच वड़न दित्तियां। ये बचे रहोगे, कुछ मिलूगा तुहानूं ते अणख ते गैरत नाल मिलना, और गैरत करके मिलना, अखलाक करके मिलना, वरना ये कालियां भेडां खराब करनगे। असीं अपना धर्म भी गवा बैठे हाँ। अब मैं जदों एक फैसला किया प्रबंधक कमेटी ने कि असी घ्यो जिहड़ा महाराष्ट्र तो खरीदांगे, पुणे तो मैं हैरान सीगा कि एक साडी पंजाब दी एक इंडस्ट्री आ वेरका डेयरी आ जिहड़ी 4, 5 या 7 किलोमीटर दूर आ प्रबंधक कमेटी तो, ते सानू ट्रक्कां दे ट्रक घ्यो चाहीदा। ते जिहड़े किसानां दा ओह दुੱਧ चुकदी आ, जिहड़े किसान गुरु घर नूं दसौंध दिंदे आ, मत्था टेकदे आ, ਉਹਨਾਂ ਦੇ पेट ਤੇ ਲੱਤ ਮਾਰੀ ਇਹਨਾਂ ਨੇ। तो ਘਿਓ ਜਾ ਕੇ ਉਥੋਂ ਖਰੀਦ ਰਿਹਾ ਪਾਲਮੋਲੀਨ ਤੇਲ ਦਾ ਬਣਿਆ ਹੋਇਆ ਘਿਓ, ਤੇ ਉਹ ਪਾਲਮੋਲੀਨ ਤੇਲ ਦਾ ਘਿਓ ਹੈ ਜੀ ਸਸਤਾ ਸੀ। ਸਸਤਾ ਤੇ ਤੁਸੀਂ ਸਾਨੂੰ ਦਿਖਾਉਣ ਲਈ ਲੈ ਲਿਆ। ਹੋਣਾ ਇਹ ਆ ਕਿ 2 ਟਰੱਕ ਦੇ ਪੈਸੇ ਜਾਣਗੇ, ਟਰੱਕ ਇੱਕ ਆਊਗਾ। ਇੱਕ ਟਰੱਕ ਦੇ ਪੈਸੇ ਖਾਣਗੇ ਸੈਕਟਰੀ ਤੇ ਸਾਡੇ ਵੱਡੇ ਲੀਡਰ, ਜਿਸ ਤਰ੍ਹਾਂ ਗੁਰੂ ਘਰ ਨੂੰ ਖਾ ਰਹੇ ਨੇ। तो मैं उस दिन की दवाई दे रहा कि यह भी एक किसानी नूं मार आ कि एक छोटा जिमींदार पशु रख के दुੱਧ पाउंदा, वो वेरका डेयरी वाले चुकते ने, तो उत्थे वो वेरका दुੱਧ के प्रोडक्ट जिहड़े बनते ने वो लोकां 'च इस्तेमाल हुंदे ने। वेरका डेयरी का नाम बनया, वो सरकारी डेयरी आ। ਉਹਦੇ ਜਿਹੜੇ अफसर ने बारगेनिंग नहीं कर सकते, वो ये नहीं कह सकते कि इन्ना बिल दे दिओ ते इन्ने पैसे आ जाणगे। ਉਹਨਾਂ ਦਾ ਜੋ ਕੁਛ ਵੀ ਹੈ ਉਹ ਸਾਹਮਣੇ ਹੈ ਸਾਰਿਆਂ ਦੇ। ਇਸ ਕਰਕੇ ਸਾਡੇ ਪ੍ਰਬੰਧਕ ਕਮੇਟੀ ਦੀ ਜਿਹੜੇ ਮੈਂਬਰ ਨੇ ਜਾਂ ਜਿਹੜੇ ਮਾਲਕ ਨੇ, ਉਹਨਾਂ ਨੇ ਵੇਰਕਾ ਡੇਅਰੀ ਤੋਂ ਕਿਉਂ ਨਹੀਂ ਖਰੀਦਿਆ। ਕਦੀ ਉੱਤਰਾਖੰਡ ਤੋਂ ਖਰੀਦੇ ਨੇ, ਕਦੀ ਪੂਨੇ ਤੋਂ ਖਰੀਦੇ ਨੇ। ਹੁਣ ਤੁਸੀਂ ਦੱਸੋ ਜਿਹੜਾ ਦੁੱਧ ਆ ਅਸਲੀ ਦੁੱਧ ਲਿਓ ਤੇ ਘੱਟੋ ਘੱਟ 80 ਰੁਪਏ ਕਿਲੋ ਤੋਂ ਘੱਟ 12 ਨਹੀਂ ਖਾਂਦਾ। पर जे तुसी कहोगे कि 40 रुपये दो तो फिर वो सर्फ ही घोल के देणगे, होर की देऊगा कोई। तो असी ते चाहुंदे आ कि साडा जिहड़ी मेहनत आ उहनूं फल लगे, कोई गरीब आदमी रज के रोटी खावे, ते जिहड़ी चीज़ किसी दे मूँह च जावे वो किलो दी बजाय आधा किलो ले ले, लेकिन ठीक चीज़ लवे, बीमारियां नूं सहेड़े ना। तो वेरका डेयरी का एक बड़ा नाम बनया, पंजाब की डेयरी आ ते साडे पंजाब की इंडस्ट्री का एक अंग आ, ते वो जुड़ी हुई है किसानी नाल। ਜਿਹੜੇ ਛੋਟੇ ਜ਼ਿਮੀਂਦਾਰ ਪਸ਼ੂ ਪਾਲਦੇ ਨੇ ਤੇ ਉਹਨਾਂ ਦਾ ਦੁੱਧ ਲੈ ਕੇ ਤੇ ਉਹ ਪ੍ਰੋਡਕਟ ਬਣਾਉਂਦੀ ਹੈ। ਤੇ ਸਾਡੀ ਪ੍ਰਬੰਧਕ ਕਮੇਟੀ ਨੇ ਸਭ ਤੋਂ ਇਹ ਮਾੜਾ ਕਦਮ ਜਿਹੜਾ ਸੀਗਾ ਕਿਸਾਨੀ ਦੇ ਨਾਲ ਧਰੋਹ ਕਰਨ ਵਾਲਾ ਕਦਮ ਇਹ ਸੀਗਾ ਕਿ ਉਹਨਾਂ ਦਾ ਘਿਓ ਨਹੀਂ ਲਿਆ। ਘਿਓ ਲਿਆ ਜਾ ਕੇ ਮਹਾਰਾਸ਼ਟਰ ਤੋਂ। ਇੱਥੇ ਜੀ ਸਸਤਾ ਸੀ, ਹੁਣ ਸਸਤਾ ਕਿਹੋ ਜਿਹਾ ਹੋਊਗਾ ਇਹ ਨਹੀਂ ਸਾਨੂੰ ਪਤਾ। ਮੈਨੂੰ ਪਤਾ ਹੈ ਕਿ ਜੇ ਅਸਲੀ ਘਿਓ ਲਓਗੇ ਤੇ ਉਹ ਸਸਤਾ ਹੋ ਨਹੀਂ ਸਕਦਾ, क्योंकि घ्यो बनना दुੱਧ तो, ते दुੱਧ जिहड़ा वो जिस भाव पैंदा तुसीं पशु पालन वाले देख सकते हो जिहड़े भाव पैंदा। तो ये लीडरां ने ये देखिया कि इत्थे बारगेनिंग नहीं हो सकती, इत्थे जिहड़ा बिल दिता उही पास होना, इहदे विचों खाता नहीं जाना। इत्थे ये नहीं हो सकता कि ट्रक ते आ गया एक घ्यो दा कि बिल्लां दे पैसे चले गए 2 ट्रकां दे, ये होना नहीं। इस करके उत्थों घ्यो खरीदना शुरू किया। तो साडे अपने जिहड़े लीडर ने वो व्यापारी बन के साडे नाल धरो कमा रहे ने, वरना इत्थे पंजाब दे विच किसानी नूं कोई मुश्किल आवे मैं नहीं समझदा कि हरेक सरकार नूं पता किसानी प्रधान सूबा, खेती प्रधान सूबा। तो ये जे ईमानदार होण, अज जे किसान नूं किते कोई फल लगा तो कल्ला प्रकाश सिंह बादल दे परिवार नूं फल लगा, उन्हें तरक्की कीती ने, तो सारे किसान जिहड़े खुदकशियां करन नूं तैयार बैठे ने। तो ये हालात साडे जिहड़े बने ने,
मैं ਤੁਹਾਨੂੰ ਦੱਸਣਾ ਚਾਹੁੰਦਾ ਕਿ ਕਦੀ ਲਾਲ ਬਹਾਦਰ ਸ਼ਾਸਤਰੀ ਨੇ ਪੰਜਾਬ ਤੇ ਹਰਿਆਣਾ ਦੇ ਕਿਸਾਨ ਨੂੰ ਕੱਛ ਦੇ ਵਿੱਚ ਵਸਾਇਆ ਸੀ, ਗੁਜਰਾਤ ਦੇ ਵਿੱਚ ਵਸਾਇਆ ਕਿਉਂ ਸੀ ਕਿ ਸਾਡੀ ਉਦੋਂ ਮਿਲਟਰੀ ਬੜੀ ਕਮਜ਼ੋਰ ਸੀ। 65 ਦੀ ਲੜਾਈ ਸਮੇਂ ਸਾਡੇ ਮਿਲਟਰੀ ਕੋਲ ਉਦੋਂ ਇੱਕ 303 ਦੀ ਰਾਈਫਲ ਹੁੰਦੀ ਸੀ, ਤੋਂ ਅਸੀਂ ਆ ਖੇਮ ਕਰਨ ਵਗੈਰਾ ਜਿੰਨਾ ਖਾਲਣਾ ਭਿੱਖੀ ਮਿੰਟ ਦੇ ਬੈਠੇ ਸੀ ਅਸੀਂ। ਤੇ ਇਹ ਤੇ ਜਨਰਲ ਹਰਬਖਸ਼ ਸਿੰਘ ਵਰਗੇ ਜਨਰਲ ਨਾ ਹੁੰਦੇ ਤੇ ਸ਼ਾਇਦ ਬਿਆਸ ਦੇ ਪੁਲ ਤੱਕ ਅਸੀਂ ਹਰਮੰਦਰ ਸਾਹਿਬ ਵੀ ਉਹਨਾਂ ਨੂੰ ਦੇ ਦਿੰਦੇ। ਤੇ ਜਨਰਲਾਂ ਦੀ ਕਿਰਪਾ ਨਾਲ ਬਚਿਆ, ਸਟੇਟ ਬਚੀ ਜਿਹੜੀ। ਇਹਨਾਂ ਦਿੱਲੀ ਵਾਲਿਆਂ ਨੂੰ ਸਾਡੇ ਨਾਲ ਕੋਈ ਲਗਾਅ ਨਹੀਂ। ਉਦੋਂ ਜਨਰਲ ਹਰਬਖਸ਼ ਸਿੰਘ ਨੇ ਬਚਾਇਆ ਇਹ ਸਾਰੀ ਸਟੇਟ ਨੂੰ। ਉਸ ਸਮੇਂ ਸਭ ਤੋਂ ਕਮਜ਼ੋਰ ਜਿਹੜੀ ਸਥਿਤੀ ਸੀ ਉਹ ਗੁਜਰਾਤ ਵਾਲੇ ਪਾਸੇ ਦਾ ਬਾਰਡਰ ਸੀ। ਤੋਂ ਇਹ ਲਾਲ ਬਹਾਦਰ ਸ਼ਾਸਤਰੀ ਦੀ ਦੂਰ ਅੰਦੇਸ਼ੀ ਸੀ। ਉਹ ਬੜਾ, ਮੈਂ ਉਹਨੂੰ ਕਾਬਲ ਲੀਡਰ ਮੰਨਦਾ ਸੀ। ਤੇ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਦੇਗ ਤੇਗ ਦਾ ਨਾਰਾ ਦਿੱਤਾ ਸੀ, ਉਹਦਾ ਨਵਾਂ ਰੂਪ ਦੇ ਕੇ ਜੈ ਜਵਾਨ ਜੈ ਕਿਸਾਨ ਦਾ ਨਾਰਾ ਦਿੱਤਾ। ਜੈ ਜਵਾਨ ਜੈ ਕਿਸਾਨ ਦਾ ਨਾਰਾ ਲਾਲ ਬਹਾਦਰ ਸ਼ਾਸਤਰੀ ਨੇ ਦਿੱਤਾ ਸੀ। ਉਹਦਾ ਮਤਲਬ ਹੀ ਇਹੀ ਆ ਜਿਹੜਾ ਦਸਮ ਪਾਤਸ਼ਾਹ ਦਾ ਨਾਰਾ ਸੀ, ਦੇਗ ਤੇਗ ਤੇਗ ਜਗ ਮੈਂ ਦੋ ਚਲੇ, ਰਾਖ ਆਪ ਮੋਹਿ ਔਰ ਨਾ ਤਲੇ। ਸੱਚੇ ਪਾਤਸ਼ਾਹ ਇੱਕ ਦੇਗ ਚੱਲਦੀ ਰਹੇ, ਅੰਨ ਪ੍ਰਸ਼ਾਦਾ ਭੁੱਖੇ ਨੂੰ ਮਿਲਦਾ ਰਹੇ ਤੇ ਮਜ਼ਲੂਮਾਂ ਲਈ ਤੇਗ ਚੱਲਦੀ ਰਹੇ। ਤੇ ਜਿਹੜਾ ਜਵਾਨ ਤੇ ਕਿਸਾਨ ਦਾ ਅੱਜ ਨਾਰਾ ਸੀਗਾ ਸ਼ਾਸਤਰੀ ਨੇ ਦਿੱਤਾ, ਇਹ ਵੀ ਉਸੇ ਦਾ ਪ੍ਰਤੀਕ ਸੀ। ਤੋਂ ਉਦੋਂ ਉਹਨਾਂ ਨੇ ਹਰਿਆਣਾ ਤੇ ਪੰਜਾਬ ਦੇ ਕਿਸਾਨ ਨੂੰ ਕੱਛ ਦੇ ਵਿੱਚ ਵਸਾਇਆ ਸੀ ਐਜ਼ ਡਿਫੈਂਸ। ਆਪਣਾ ਸਵਾਰਥ ਜਿਹੜਾ ਸੀਗਾ ਸਾਡਾ ਘੱਟ ਸੀਗਾ, ਲੇਕਿਨ ਦੇਸ਼ ਦਾ ਸਵਾਰਥ ਬਹੁਤ ਵੱਡਾ ਸੀ। ਡਿਫੈਂਸ ਦੇ ਤੌਰ ਤੇ ਕਿਸਾਨ ਵਸਿਆ ਸੀ। ਅੱਜ ਉੱਥੋਂ ਕਿਸਾਨਾਂ ਦਾ ਹਜ਼ਾਰਾ ਹੋਇਆ ਤੇ ਲਗਾਤਾਰ ਉਹ ਪੀੜਤ ਦੇ ਰੂਪ ਵਿੱਚ ਵਿਚਰਦੇ ਪਏ ਨੇ। ਤੇ ਉਹ ਪ੍ਰਕਾਸ਼ ਸਿੰਘ ਬਾਦਲ ਦੀ ਕਿਰਪਾ ਨਾਲ ਇਸੇ ਤਰ੍ਹਾਂ ਕਿਸਾਨਾਂ ਦਾ ਹਾਲ ਹੋਇਆ ਉੱਤਰਾਖੰਡ ਦੇ ਵਿੱਚ, ਉੱਤਰਕਾਸ਼ੀ ਦੇ ਵਿੱਚ। ਉੱਤਰਾਖੰਡ ਦੇ ਵਿੱਚ ਇਹਦਾ ਜਿਹੜਾ ਆਪਣਾ ਫਾਰਮ ਸੀ ਇਸ ਸਰਦਾਰ ਦਾ, ਉਹ ਵੇਚ ਆਇਆ। ਇਹਨੂੰ ਪਤਾ ਸੀ ਇਹ ਜਾਣੀ ਹੈ, ਇਹ ਦੇਣੀ ਹੈ। ਕਿਸਾਨਾਂ ਨੂੰ ਉਤਸ਼ਾਹਿਤ ਕਰਤਾ ਸੀ, ਤੁਹਾਡੇ ਨਾਲ ਅੰਦੋਲਨ ਕਰਦੇ ਰਹੇ, ਡਾਂਗਾ ਖਾਂਦੇ ਰਹੇ ਯੂਪੀ ਪੁਲਿਸ ਦੀਆਂ। ਤੇ ਪ੍ਰਵਾਨ ਆਪਣਾ ਵੇਚ ਆਇਆ। ਤੇ ਉਹਨੇ ਵਾਜਪਾਈ ਨੇ ਕਮੇਟੀ ਬਣਾਈ, ਜਿਹੜੀ ਕਮੇਟੀ ਤੈਅ ਕਰੂਗੀ ਕਿ ਉੱਤਰਕਾਸ਼ੀ ਜਿਹੜੀ ਆ ਉੱਤਰਾਖੰਡ ਦੇ ਵਿੱਚ ਜਾਵੇ ਜਾਂ ਯੂਪੀ 'ਚ ਰਹੇ। ਇਹ ਜਿਹੜਾ ਉਧਮ ਸਿੰਘ ਸ਼ਹੀਦ ਉਧਮ ਸਿੰਘ ਜ਼ਿਲ੍ਹਾ, ਉਹਦੇ ਵਿੱਚ ਇਹ ਕਮੇਟੀ ਮੈਂਬਰ ਸੀ। ਇੱਕ ਕਮੇਟੀ ਮੈਂਬਰ ਬਣਾਇਆ ਜਾਰਜ ਫਰਨਾਂਡਜ਼ ਨੂੰ, ਇਹਦਾ ਦੋਸਤ ਬਾਦਲ ਦਾ। ਇੱਕ ਕਮੇਟੀ ਮੈਂਬਰ ਸੀ ਉਦੋਂ ਦਾ ਸੀਐਮ ਮਿਸਟਰ ਗੁਪਤਾ। ਇਹ ਤਿੰਨਾਂ ਮੈਂਬਰਾਂ ਦੇ ਆਧਾਰ ਤੇ ਕਮੇਟੀ ਬਣੀ ਤੇ ਇਹਨਾਂ ਨੇ ਸਾਈਨ ਕਰਕੇ ਉਸ ਜ਼ਿਲ੍ਹੇ ਨੂੰ ਉੱਤਰਾਖੰਡ 'ਚ ਪਾਇਆ। ਉੱਤਰਾਖੰਡ 'ਚ ਪਾਉਣ ਕਰਕੇ ਕਿਸਾਨ ਦਾ ਨੁਕਸਾਨ ਕੀ ਹੋਇਆ? ਜਿਹੜੀ ਉਹਨਾਂ ਨੇ ਮਿਹਨਤ ਕਰਕੇ ਜੰਗਲ ਵੱਢ ਕੇ 100 ਏਕੜ 200 ਏਕੜ ਜ਼ਮੀਨ ਬਣਾਈ ਸੀ, ਉਹ 4 ਏਕੜ ਜ਼ਮੀਨ ਰੱਖ ਪਾਊਗਾ ਕਿਸਾਨ, ਕਿਉਂਕਿ ਉਹ ਪਹਾੜੀ ਖੇਤਰ ਦੇ ਵਿੱਚ, ਪਹਾੜੀ ਰਾਜ ਦੇ ਵਿੱਚ ਸੀਲਿੰਗ ਲੱਗ ਜਾਂਦੀ ਹੈ। 4 ਏਕੜ ਤੋਂ ਵੱਧ ਕੋਈ ਰੱਖ ਨਹੀਂ ਸਕਦਾ। ਇਹ ਉੱਥੇ ਉਹਨਾਂ ਦਾ ਕਿਸਾਨਾਂ ਦਾ ਬੇੜਾ ਗਰਕ ਕਰਕੇ ਫਿਰ ਜਦੋਂ ਆਇਆ ਚੰਡੀਗੜ੍ਹ ਤੇ ਪ੍ਰੈਸ ਨੇ ਪੁੱਛਿਆ ਜੀ ਤੁਸੀਂ ਉੱਥੇ ਕੀ ਕਰ ਰਹੇ? ਉਹ ਕਹਿੰਦੇ ਜੀ ਮੈਂ ਹੁਣ ਦਿੱਲੀ ਜਾਊਂਗਾ, ਦਿੱਲੀ ਗੱਲ ਕਰੂੰ ਵਾਜਪਾਈ ਸਾਹਿਬ ਨਾਲ। ਉਹ ਕਹਿੰਦੇ ਵਾਜਪਾਈ ਸਾਹਿਬ ਨੇ ਜਿਹੜੀ ਕਮੇਟੀ ਬਣਾਈ ਉਦੋਂ ਤੁਸੀਂ ਮੈਂਬਰ ਤੋਂ ਤੁਸੀਂ ਸਾਈਨ ਕਰਕੇ ਉਧਰ ਸ਼ਾਮਲ ਕਰਵਾਤਾ ਤੇ ਗੱਲ ਹੁਣ ਕੀ ਕਰੋਗੇ? ਉਹ ਕਹਿੰਦਾ ਜੀ ਫਿਰ ਉਹ ਹੈਲੀਕਾਪਟਰ ਚੱਲਦਾ ਸੀ, ਆਵਾਜ਼ ਬੜੀ ਸੀ, ਮੈਂ ਫਿਰ ਮੈਨੂੰ ਧਿਆਨ ਨਹੀਂ ਰਿਹਾ, ਉਹ ਮੈਂ ਸਾਈਨ ਕਰਤੇ ਹੁਣ। ਇਹ ਤੇ ਸਾਡਾ ਲੀਡਰ ਆ ਤੇ ਕਿਸਾਨ ਸੜਕਾਂ ਤੇ ਨਹੀਂ ਆਉਣਗੇ ਤੇ ਕਿੱਥੇ ਜਾਣਗੇ? ਪਰ ਹਿੰਮਤ ਰੱਖੋ, ਅਕਾਲ ਪੁਰਖ ਸੱਚੇ ਵਾਹਿਗੁਰੂ ਕਰੇ, ਕਿਰਪਾ ਕਰੇ, ਤੁਹਾਡੀ ਹਿੰਮਤ, ਤੁਹਾਡੀ ਦ੍ਰਿੜਤਾ, ਆਪਣੀ ਲਾਈਨ ਦੇ ਵਿੱਚ ਰਹਿ ਕੇ ਆਪਣਾ ਸੰਘਰਸ਼ ਜਿਹੜਾ ਜਾਰੀ ਰੱਖੋ। ਪ੍ਰਮਾਤਮਾ ਦੇਖਦਾ, ਹਰੇਕ ਦੀ ਸੁਣਦਾ। ਮੈਂ ਸੈਂਟਰ ਸਰਕਾਰ ਨੂੰ ਇਹ ਰਾਏ ਦਊਂਗਾ ਕਿ ਸਟੇਟ ਨੂੰ ਸ਼ਾਂਤੀ ਨਾਲ ਰਹਿਣ ਦੇਵੇ। ਸਾਡਾ ਬਹੁਤ ਨੁਕਸਾਨ ਹੋਇਆ, ਅਸੀਂ ਜਾਨੀ ਤੇ ਮਾਲੀ ਤੇ ਅਖਲਾਕੀ ਨੁਕਸਾਨ ਬਹੁਤ ਕਰਵਾ ਚੁੱਕੇ। ਤੁਹਾਡਾ ਵਾਲ ਵਿੰਗਾ ਨਹੀਂ ਹੋਇਆ ਸੈਂਟਰ ਦਾ। ਤੋਂ ਅਸੀਂ ਜਦੋਂ ਵੀ ਜੰਗ ਹੁੰਦੇ ਆ ਤੇ ਮੈਦਾਨ ਪੰਜਾਬ ਬਣਦਾ। ਤੋਂ ਸਾਡੇ ਤੇ ਰਹਿਮ ਕਰੋ, ਸਾਨੂੰ ਘੱਟੋ ਘੱਟ ਰੋਟੀ ਖਾਣ ਜੋਗਾ ਰਹਿਣ ਦਿਓ, ਅਸੀਂ ਰੱਜ ਕੇ ਰੋਟੀ ਖਾਂਦੇ ਰਹੀਏ। ਇਹ ਪੰਜਾਬ ਦੀ ਸਟੇਟ ਜਿਹੜੀ ਆ ਇਹ ਆਪਣੇ ਕੰਮਕਾਰ ਵੱਲ, ਆਪਣੀ ਤਰੱਕੀ ਵੱਲ ਸੋਚ ਸਕੇ। ਸਾਡੇ ਬੱਚਿਆਂ ਦੀ ਹਾਲਤ ਇਹ ਅੱਜ ਕਿ 8 ਪੜ੍ਹਦੇ ਨੇ ਤੇ ਆਈਲੈਟ ਕਰਨ ਵੱਲ ਤੁਰ ਪੈਂਦੇ ਨੇ ਤੇ ਜ਼ਮੀਨਾਂ ਵੇਚਣੀਆਂ ਲਾ ਦਿੱਤੀਆਂ ਨੇ। ਜ਼ਮੀਨਾਂ ਵਿਕਦੀਆਂ ਨਹੀਂ ਅੱਜ ਕੱਲ। ਤੋਂ ਸਸਤੀਆਂ ਜ਼ਮੀਨਾਂ ਦੇ ਕੇ ਆਈਲੈਟ ਕਰਕੇ ਕੋਈ ਕੈਨੇਡਾ ਜਾ ਰਿਹਾ, ਕੋਈ ਅਮਰੀਕਾ ਜਾ ਰਿਹਾ। ਤੇ ਕਰੋਨਾ ਦੀ ਮਿਹਰਬਾਨੀ ਹੋਈ ਤੇ ਇਹ ਰੋਕਾ ਲੱਗਾ 7-8 ਮਹੀਨੇ ਤੋਂ, ਵਰਨਾ
ਰੋਜ਼ ਦਾ ਹਜ਼ਾਰਾਂ ਦੀ ਗਿਣਤੀ ਨਾਲ ਬੱਚਾ ਪੰਜਾਬ ਦਾ ਬਾਹਰ ਜਾ ਰਿਹਾ। तो ਅਸੀਂ ਪੰਜਾਬ ਚੋਂ ਇੱਕ ਬੱਚਾ ਭੇਜ ਰਹੇ ਹਾਂ ਬਾਹਰ, ਫਿਰ ਉਹਦੇ ਨਾਲ ਲੜਕੀ ਜਿਹੜੀ ਆਨੰਦ ਕਾਰਜ ਕਰੂ ਉਹ ਵੀ ਜਾ ਰਹੀ ਹੈ, ਫਿਰ ਉਹਦੇ ਨਾਲ ਸੰਬੰਧਿਤ ਮਾਪੇ 10-10 ਸਾਲ ਦੇ ਵੀ ਜੇ ਉਹਨਾਂ ਦੇ ਲੱਗਦੇ ਉਹ ਵੀ ਤੁਰੇ ਜਾਂਦੇ ਨੇ, ਜ਼ਮੀਨ ਵਿਕਦੀ ਜਾ ਰਹੀ ਹੈ। तो ਸਾਡੀ ਹਾਲਾਤ ਕੀ ਹੋਣਗੇ? ਸਾਡੇ ਕੋਲ ਕੋਈ ਥਿੰਕ ਟੈਂਕ ਨਹੀਂ, ਇੱਕੋ ਥਿੰਕ ਟੈਂਕ ਹੈ ਪ੍ਰਕਾਸ਼ ਸਿੰਘ ਬਾਦਲ ਦਾ ਖੋਪੜਾ, ਉਹਨੂੰ ਤੁਸੀਂ ਦਾਨਸ਼ਵਰ ਸਮਝ ਲਓ, ਉਹੀ ਸੰਤ ਆ, ਉਹੀ ਪੋਲੀਟੀਸ਼ੀਅਨ ਆ, ਉਹੀ ਸਾਡੇ ਪੰਥ ਦਾ ਵਾਰਸ ਆ। ਸਾਡੇ ਜਿਹੜੇ ਪੰਥ ਬਣਾ ਕੇ ਗਏ ਦਸਮ ਪਾਤਸ਼ਾਹ ਪਰਿਵਾਰ ਵਾਰ ਕੇ ਉਹ ਪੰਥੇ ਦਾ ਨੌਕਰ ਬਣਿਆ, ਘਰ ਬੁਲਾ ਕੇ ਤੇ ਜਸੈਨ ਕਰਾ ਕੇ ਰਾਮ ਰਹੀਮਾਂ ਦੀ ਸੇਵਾ 'ਚ ਲੱਗਾ। ਤੋਂ ਪੰਥ ਦੇ ਗ੍ਰੰਥ ਨੂੰ ਜਿੰਨਾ ਇਸ ਬੰਦੇ ਨੇ ਰੋਲਿਆ, ਸਾਡੇ ਪ੍ਰਾਤਨ ਸਿੱਖਾਂ ਦੀਆਂ ਰੂਹਾਂ ਇਹਨੂੰ ਕਦੀ ਮਾਫ ਨਹੀਂ ਕਰਨਗੀਆਂ। ਇਹਦੇ ਪਰਿਵਾਰ ਦਾ ਜੋ ਹਸ਼ਰ ਹੋਣਾ ਉਹ ਤੁਹਾਡੀਆਂ ਅੱਖਾਂ ਸਾਹਮਣੇ ਹੋਣਾ, ਤੁਸੀਂ ਦੇਖੋਗੇ ਇਸਨੇ ਪੰਥ ਨਾਲ ਕੀ ਕੀਤਾ। ਤੇ ਜਿਹੜੀ ਕਿਸਾਨੀ ਦਾ ਹਸ਼ਰ ਆ, ਪਾਣੀ ਲਈ ਮੋਰਚੇ ਲਾਏ ਤੇ ਇਹਨੇ ਲਾਏ, ਜਿਹਦੇ ਵਿੱਚ ਜਾਨਾਂ ਗਈਆਂ, ਜਿਹਦੇ ਵਿੱਚ ਅਕਾਲ ਤਖਤ ਢੱਠਾ, ਜਿਹਦੇ ਵਿੱਚ 84 ਸਾਨੂੰ ਸ਼ਿਕਾਰ ਖੇਡਿਆ ਗਿਆ, ਸਾਡੀ ਆਬਰੂ ਲੁੱਟੀ ਗਈ। ਤੇ ਉਹ ਪਾਣੀ ਇਹਨੇ ਭਲਵਾਨ ਨੇ ਆਪ ਹੀ ਦੇਤਾ, ਭਾਖੜਾ ਨਹਿਰ ਰਾਹੀਂ ਉੱਪਰ ਤੱਕ ਪਾਣੀ ਦੇ ਕੇ ਬੰਨੇ ਉੱਚੇ ਕਰਕੇ, ਤੇ ਆ ਜਿੱਥੋਂ ਇਹ ਰਲਦੀ ਆ ਹਰਿਆਣੇ 'ਚ ਹੱਦ ਕੇ ਤੇ ਤੋਂ ਪਾਣੀ ਲੈ ਲਿਆ। ਤੁਸੀਂ ਮਾਣ ਕਰਦੇ ਹੋ, ਅਸੀਂ ਨਹਿਰ ਨਹੀਂ ਨਿਕਲ ਦਿੱਤੀ। ਜੇ ਕਿਤੇ ਨਹਿਰ ਨਿਕਲ ਜਾਂਦੀ ਤਾਂ ਭਾਵੇਂ ਹੋ ਸਕਦਾ ਸਿਆਸ ਖਿੱਤੇ ਦਾ ਭਲਾ ਹੋ ਜਾਂਦਾ, ਪਰ ਨਹਿਰ ਨਿਕਲੀ ਨਹੀਂ, ਪਾਣੀ ਜਾ ਰਿਹਾ। ਰਹਿ ਗਿਆ ਚੰਡੀਗੜ੍ਹ, ਜਿਹਦੇ ਲਈ ਮੈਂ 11 ਸਾਲ ਦਾ ਸੀ ਜਦੋਂ ਦਰਸ਼ਨ ਸਿੰਘ ਫੇਰੂਮਾਨ ਸ਼ਹੀਦ ਹੋਇਆ। ਉਹਨਾਂ ਦਿਨਾਂ 'ਚ ਮੈਂ ਚੰਡੀਗੜ੍ਹ ਮੈਂ ਵੀ ਆਇਆ ਸੀ ਮੋਰਚੇ 'ਚ, ਮੈਂ 11 ਸਾਲਾਂ ਦਾ, ਮੈਨੂੰ ਯਾਦ ਹੈ। ਉਦੋਂ ਖਿੜਿਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ ਨਾਰੇ ਸੁਣਨ ਨੂੰ ਮਿਲੇ, ਕਰਨ ਲਾਉਣ ਨੂੰ ਮਿਲੇ, ਉਦੋਂ ਦਾ ਸਾਨੂੰ ਇਹ ਮਰਵਾਉਣ ਲਿਆ। ਤੇ ਚੰਡੀਗੜ੍ਹ ਦਾ ਭਾਵੇਂ ਮੰਡੀਕਰਨ ਬੋਰਡ ਦਾ ਮਹਿਕਮਾ ਹੋਵੇ, ਭਾਵੇਂ ਵਿਜੀਲੈਂਸ ਦਾ ਵਿਭਾਗ ਦਾ ਮਹਿਕਮਾ ਹੋਵੇ, ਐਜੂਕੇਸ਼ਨ ਦਾ ਹੋਵੇ, ਪੰਚਾਇਤ ਵਿਭਾਗ ਹੋਵੇ, ਸਾਰੇ ਸ਼ਿਫਟ ਕਰਕੇ ਚੰਡੀਗੜ੍ਹ ਦੇ ਵਿੱਚੋਂ ਤੇ ਮੋਹਾਲੀ ਚ ਲੈ ਆਉਂਦੇ। ਚੰਡੀਗੜ੍ਹ ਵੀ ਖਾਲੀ ਕਰਤਾ। ਚੰਡੀਗੜ੍ਹ ਦੇ ਵਿੱਚ ਇੱਕ ਲਿਖਤ ਸੀ ਕਿ ਕਦੀ ਵੀ ਇਸ ਸਿਟੀ ਦੇ ਵਿੱਚ 60% ਪੰਜਾਬੀਆਂ ਨੂੰ ਨੌਕਰੀ ਦਿੱਤੀ ਜਾਊਗੀ, 40% ਹਰਿਆਣੇ ਦੇ ਹੋਣਗੇ। ਪਰ ਅੱਜ 60% ਹਰਿਆਣੇ ਦੀ ਨੌਕਰੀ ਆ, ਪੰਜਾਬੀ ਦੀ ਨੌਕਰੀ ਖਤਮ ਹੋ ਗਈ। ਫਿਰ ਸੀਗਾ ਕਿ ਜਿਹੜਾ ਪੰਜਾਬ ਕਾਡਰ ਦਾ ਕਮਿਸ਼ਨਰ ਇੱਥੇ ਲੱਗੂਗਾ, ਅੱਜ ਸੈਂਟਰ ਦਾ ਲੱਗਾ ਹੋਇਆ ਜੀ। ਕਿਸੇ ਲੀਡਰ ਨੇ ਹਾਂ ਦਾ ਨਾਰਾ ਮਾਰਿਆ ਹੋਵੇ ਤੇ ਦੱਸੋ। ਇਹ ਲੀਡਰ ਸਾਡੀ ਕੌਮ ਨੂੰ, ਸਾਡੀ ਸਟੇਟ ਨੂੰ ਖਾ ਗਏ, ਹਜਮ ਕਰ ਗਏ। ਤੇ ਆਪਣੀਆਂ ਹਜ਼ਾਰਾਂ ਬੱਸਾਂ ਬਣਾ ਲਈਆਂ, ਵੱਡੇ ਵੱਡੇ ਰਿਜ਼ੋਰਟ ਬਣਾ ਲਏ, ਵੱਡੇ ਵੱਡੇ ਇਹਨਾਂ ਨੇ ਸੁਖ ਵਿਲੇ ਬਣਾ ਲਏ, ਹੋਟਲ ਬਣਾ ਲਏ, ਵੱਡੀਆਂ ਵੱਡੀਆਂ ਕਾਰ ਪਾਰਕਿੰਗ ਕੋਈ ਆਸਟ੍ਰੇਲੀਆ 'ਚ, ਕੋਈ ਅਮਰੀਕਾ 'ਚ ਬਣਾ ਲਈਆਂ, ਤੇ ਲੁੱਟ ਲਿਆ ਤੇ ਨੰਗਾ ਕਰਤਾ ਪੰਜਾਬ ਨੂੰ ਤੇ ਪੰਜਾਬ ਦੀ ਕਿਸਾਨੀ ਨੂੰ ਤੇ ਗਰੀਬ ਸਿੱਖਾਂ ਨੂੰ। ਧਰਮ ਸਾਡਾ ਰਿਹਾ ਨਹੀਂ। ਤੋਂ ਬੜਾ ਕੁਛ ਜਿਹੜਾ ਸਾਡੇ ਕੋਲ ਇਹ ਵੇਖਣ ਤੇ ਹੰਡਾਉਣ ਵਾਲਾ। ਕਦੀ ਮੈਂ ਜਦੋਂ ਇਹ ਅੰਦੋਲਨ ਆਰਡੀਨੈਂਸ ਜਾਰੀ ਹੋਇਆ, ਮੈਂ ਉਹ ਆਪਣੇ ਭਾਸ਼ਣ 'ਚ ਕਿਹਾ ਸੀ ਕਿ ਇੱਕ ਬੰਦਾ ਸਿੰਘ ਬਹਾਦਰ ਸਾਨੂੰ ਮਿਲਿਆ ਸੀ, ਲੀਡਰ ਸਾਡੀ ਸਿੱਖ ਕੌਮ ਦਾ, ਜਿਹੜਾ ਆਇਆ ਤੇ ਇਸ ਮਕਸਦ ਲਈ ਸੀ ਕਿ ਸਾਹਿਬਜ਼ਾਦਿਆਂ ਦਾ ਵੈਰ ਲੈਣਾ। ਸਾਹਿਬਜ਼ਾਦਿਆਂ ਦਾ ਵੈਰ ਉਹਨੇ ਚੱਪੜਚਿੜੀ ਦੇ ਮੈਦਾਨ 'ਚ ਸੂਬੇ ਨੂੰ ਢਾ ਕੇ ਲਿਆ। ਜਦੋਂ ਸੂਬੇ ਨੂੰ ਘਸੀਟ ਕੇ ਜ਼ਖਮੀ ਹੋਏ ਨੂੰ ਸਰਹੰਦ 'ਚ ਲੱਗਿਆ ਤੇ ਇਤਿਹਾਸ ਲਿਖਦਾ, ਫਿਰ ਜੀਵਤ ਹੀ ਅਗਨੀ ਬੀਚ ਸਾਰੇ ਪਾਏ ਵਜੀਦਾ ਨੀਚ। ਵਜ਼ੀਰ ਖਾਨ ਨੀਚ ਨੂੰ ਜਿਉਂਦੇ ਨੂੰ ਸਾੜਿਆ ਬੰਦੇ ਬਹਾਦਰ ਨੇ। ਇਹ ਤਾਂ ਤਕੜਾ ਵੈਰ ਲਿਆ। ਤੇ ਜਿਹੜੇ ਤਮਾਸ਼ਬੀਨ ਸੀਗੇ ਉਹਨਾਂ ਨੂੰ ਇਤਿਹਾਸਕਾਰ ਲਿਖਦਾ, ਉਲਟੇ ਕਰ ਬਿਰਸ਼ਨ ਕੇ ਸੰਗੇ ਬਾਂਧ ਬਾਂਧ ਮਾਰੇ ਦੁਰਟੰਗੇ। ਉਹਨਾਂ ਨੂੰ ਰੱਖਾਂ ਦਾ ਲਟਕਾ ਕੇ ਬੁਰੀ ਤਰ੍ਹਾਂ ਮਾਰਿਆ। ਸੁੱਚਾਨੰਦ ਨੂੰ ਘਰੋਂ ਜਾ ਕੇ ਫੜਿਆ, ਤਾਂ ਕੋ ਪਕੜਿਓ ਘਰ ਤੇ ਜਾਏ, ਦੇ ਮੁਸ਼ਕਾਂ ਬੰਦੇ ਡਿੱਗ ਲਿਆਏ। ਬੰਦੇ ਤਬ ਆਨੰਦ ਕੋ ਕਰਵਾਈ ਬਹੁ ਮਾਰ, ਨਾਕ ਨਕੇਲ ਪਵਾਏ ਕੇ ਮਗਵਾਇਓ ਦਰਦਵਾਰ। ਉਹਨੂੰ ਨਕੇਲ ਪਵਾ ਕੇ ਭੀਖ ਮੰਗਾਈ ਘਰ ਘਰ ਦੇ ਵਿੱਚ, ਦਰ ਦਰ ਦੇ ਜਾ ਕੇ। ਉਹ ਬੰਦਾ ਸਿੰਘ ਬਹਾਦਰ ਜਿਸ ਨੇ ਸਰਹੰਦ ਨੂੰ ਲੁੱਟ ਕੇ ਤੇ ਰਾਜ ਕਾਇਮ ਕੀਤਾ, ਸਿੱਖ ਰਾਜ ਕਾਇਮ ਕਰਕੇ ਸਭ ਤੋਂ ਪਹਿਲਾਂ ਉਹ ਸੱਤੇ ਚੌਧਰੀ ਨੂੰ ਫੜਿਆ, ਜਿਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਜ਼ਮੀਨ ਦਿੱਤੀ ਸੀ ਮੋਹਰਾਂ ਲੈ ਕੇ, ਸੋਨੇ ਦੀਆਂ ਮੋਹਰਾਂ ਲੈ ਕੇ ਦੀਵਾਨ ਟੋਡਰ ਮਲ ਤੋਂ। ਉਹ 70 ਚੌਧਰੀ ਨੂੰ, ਉਦੋਂ ਚੌਧਰੀ ਹੁੰਦੇ ਸੀਗੇ ਜਿਹੜੇ ਜ਼ਿਮੀਂਦਾਰ ਵੱਡੇ ਵੱਡੇ, ਤੁਸੀਂ ਸਾਰੇ ਮਜ਼ਹਿਰੇ ਸੀ, ਤੁਸੀਂ ਜ਼ਿਮੀਂਦਾਰ ਨਹੀਂ ਸੀ। ਉਹ ਜ਼ਿਮੀਂਦਾਰ ਹੁੰਦਾ ਸੀ ਜਿਹੜਾ
ਉਹ ਗੜੀਆਂ 'ਚ ਰਹਿੰਦੇ ਸੀ, ਕਿਲੇ ਵਰਗੀਆਂ ਗੜੀਆਂ, ਜਿਵੇਂ ਚਮਕੌਰ ਦੀ ਗੜੀ ਵੀ ਜ਼ਿਮੀਂਦਾਰ ਦੀ ਹਵੇਲੀ ਸੀ। ਤੋ ਗੜੀ ਦੇ ਵਿੱਚ ਜਿਹੜਾ ਜ਼ਿਮੀਂਦਾਰ ਹੁੰਦਾ ਸੀ, ਜਦੋਂ ਬਾਹਰ ਨਿਕਲਦਾ ਸੀ ਪਾਲਕੀ 'ਚ 200 ਸਵਾਰ ਉਹਦੇ ਅੱਗੇ ਹੁੰਦਾ ਸੀ, 200 ਘੋੜਸਵਾਰ ਪਿੱਛੇ ਹੁੰਦਾ ਸੀ। ਉਹ ਚੌਧਰੀ ਹੁੰਦੇ ਸੀ, ਉਹ ਜ਼ਿਮੀਂਦਾਰ ਹੁੰਦੇ ਸੀ। ਉਹ ਅੱਤੇ ਚੌਧਰੀ ਨੂੰ ਇਹਨੇ ਬੰਦੇ ਬਹਾਦਰ ਨੇ ਫੜਿਆ, ਇੱਕ ਤੇ ਉਹਨੂੰ ਸੌਦਾ ਲਾਇਆ, ਦੂਸਰਾ ਇਨਕਲਾਬੀ ਕਦਮ ਚੁੱਕ ਕੇ ਇਹਨਾਂ ਚੌਧਰੀ ਤੇ ਜ਼ਗੀਰਦਾਰਾਂ ਦਾ ਸਿਸਟਮ ਖਤਮ ਕਰਕੇ ਤੁਹਾਨੂੰ ਜ਼ਿਮੀਂਦਾਰ ਬਣਾਇਆ ਮੁਜ਼ਾਹਰਿਆਂ ਨੂੰ। ਇਹ ਜ਼ਿਮੀਂਦਾਰ ਜੇ ਤੁਸੀਂ ਬਣੇ ਹੋ ਤਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਇਨਕਲਾਬੀ ਫੈਸਲੇ ਕਰਕੇ। ਇਹ ਕਿਸੇ ਨੇ ਬੰਦੇ ਬਹਾਦਰ ਨਾਲ ਵਫਾ ਨਹੀਂ ਕੀਤੀ, ਵਰਨਾ ਇਹ ਸੰਸਾਰ ਦੀ ਹਿਸਟਰੀ 'ਚ ਪਹਿਲਾ ਫੈਸਲਾ ਸੀ ਜਿਹੜਾ ਜ਼ਿਮੀਂਦਾਰਾਂ ਦੇ ਹੱਕ 'ਚ ਆਇਆ। ਇਹਦੋਂ ਬਾਅਦ ਫਿਰ ਫਰਾਂਸ ਨੇ ਕੀਤਾ, ਪਰ ਫਰਾਂਸ ਨੇ ਕਈ ਸਦੀਆਂ ਬਾਅਦ ਕੀਤਾ। ਇਹ ਐਡਵਾਂਟੇਜ ਜਾਂ ਆਪਣੀ ਹਿਸਟਰੀ 'ਚ ਲਿਖਤ ਜਿਹੜੀ ਹੈ ਉਹਦਾ ਫਾਇਦਾ ਲੈ ਗਏ, ਪਰ ਅਸਲੀ ਫੈਸਲਾ ਬੰਦਾ ਸਿੰਘ ਬਹਾਦਰ ਨੇ ਕੀਤਾ ਸੀ। ਅੱਜ ਜਿਹੜਾ ਸਾਨੂੰ ਬੰਦੇ ਬਹਾਦਰ ਦੇ ਰੂਪ ਵਿੱਚ ਮਿਲਿਆ, ਬੰਦੇ ਬਹਾਦਰ ਦੀ ਰੀਸ ਕਰਦਾ, ਉਹ ਬੰਦੇ ਬਹਾਦਰ ਦੀ ਜੁੱਤੀ ਵਰਗਾ ਨਹੀਂ, ਪਰ ਬਣਦਾ ਬੰਦਾ ਬਹਾਦਰ ਆ, ਬਣਦਾ ਕੌਮ ਦਾ ਬਾਦਸ਼ਾਹ। ਪਰ ਇਹ ਜਿਹੜਾ ਬਾਦਸ਼ਾਹ ਸਾਨੂੰ ਮਿਲਿਆ, ਇਹ ਤੁਹਾਨੂੰ ਮੁਜ਼ਾਹਰਿਆਂ ਤੋਂ ਜ਼ਿਮੀਂਦਾਰ ਬਣਿਆ ਨੂੰ, ਜ਼ਿਮੀਂਦਾਰਾ ਸਿਸਟਮ ਜਿਹੜਾ ਫੇਲ ਕਰਕੇ ਮੁਜ਼ਾਹਰਾ ਬਣਾ ਕੇ ਜਾਊਗਾ। ਜ਼ਿਮੀਂਦਾਰ ਹੋਣਗੇ ਅਡਾਨੀ ਤੇ ਅਮਾਨੀ, ਤੁਸੀਂ ਜ਼ਮੀਨਾਂ ਉਹਨਾਂ ਨੂੰ ਦੇ ਕੇ ਤੁਹਾਨੂੰ ਪਤਾ ਨਹੀਂ ਲੱਗੂਗਾ ਤੁਹਾਡੀ ਜ਼ਮੀਨ ਹੈ ਕਿੱਥੇ, 2 ਕਿੱਲੇ 3 ਕਿੱਲੇ ਕਿੱਥੇ ਲੱਭਣੇ ਨੇ। ਨਾ ਕਿਸੇ ਨੇ ਤੁਹਾਨੂੰ ਨਿਸ਼ਾਨਦੇਹੀ ਕਰਕੇ ਦੇਣੀ ਹੈ, ਕਿਉਂਕਿ ਆਰਡੀਨੈਂਸ ਦੇ ਵਿੱਚ ਤੁਹਾਡੇ ਹੱਕ 'ਚ ਅਦਾਲਤ ਹੈ ਨਹੀਂ। ਅਦਾਲਤ ਦਾ ਤੇ ਰਾਹ ਹੀ ਬੰਦ ਕਰਤਾ। ਇੱਕ ਕਲੈਕਟਰ ਤੇ ਇੱਕ ਐਸਡੀਐਮ, ਉਹ ਜੋ ਕਰਨਗੇ ਉਹ ਸਰਕਾਰ ਦੇ ਨਾਲ ਹੁੰਦੇ, ਉਹਨਾਂ ਨੇ ਕਰਨਾ। ਤੁਸੀਂ ਆਪਣੀਆਂ ਜ਼ਮੀਨਾਂ ਲੱਭ ਨਹੀਂ ਪਾਉਣੀਆਂ, ਤੁਸੀਂ ਨੌਕਰੀ ਕਰੋਗੇ ਤੇ ਜ਼ਿਮੀਂਦਾਰ ਰਖਾਉਣਗੇ ਅਡਾਨੀ ਤੇ ਅਬਾਨੀ। ਸਾਡਾ ਇਹ ਹਸ਼ਰ ਹੋਊਗਾ ਜੇ ਇਹ ਬਿੱਲ ਨੂੰ ਨਾ ਵਾਪਸ ਲਿਆ। ਸੋ ਮੈਂ ਪੰਜਾਬ ਦੀ ਜਨਤਾ ਦੀ ਇਹ ਅਪੀਲ ਹੈ, ਪੀੜਾ ਹੈ, ਵੇਦਨਾ, ਮੈਂ ਸੈਂਟਰ ਸਰਕਾਰ ਨੂੰ ਇਹ ਅਪੀਲ ਕਰਦਾ ਕਿ ਇਹ ਕਿਸਾਨੀ ਤੇ ਤਰਸ ਕਰੇ, ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਤੇ ਖਾਸ ਕਰਕੇ ਤਰਸ ਕਰੇ ਤੇ ਇਹ ਆਰਡੀਨੈਂਸ ਵਾਪਸ ਲਵੇ। ਕਿਸਾਨ ਜਥੇਬੰਦੀਆਂ ਦੀ ਐਗਜ਼ੈਕਟਿਵ ਜਿਹੜੀ ਉਹਨੂੰ ਮਿਲ ਕੇ ਉਹਦੇ ਨਾਲ ਬੈਠ ਕੇ ਇਹਦੇ ਵਿੱਚ ਤਰਮੀਮ ਕਰੇ, ਜਾਂ ਇਸ ਨੂੰ ਵਾਪਸ ਲਵੇ, ਜਾਂ ਨਵਾਂ ਬਿੱਲ ਲਿਆ ਕੇ ਗਰੰਟੀ ਦੇਵੇ ਕਿ ਫਸਲ ਗਵਰਨਮੈਂਟ ਚੁੱਕੂਗੀ, ਪੈਸੇ ਜ਼ਿਮੀਂਦਾਰ ਦੇ ਅਕਾਊਂਟ 'ਚ ਗਵਰਨਮੈਂਟ ਦੇ ਖਜ਼ਾਨੇ 'ਚ ਆਉਣਗੇ, ਕਿਸੇ ਜ਼ਿਮੀਂਦਾਰ ਦੇ ਜਾਂ ਕਿਸੇ ਉਹ ਵੱਡੇ ਵਪਾਰੀ ਦੇ ਜੇਬ 'ਚੋਂ ਨਹੀਂ ਆਉਣਗੇ। ਨਾ ਸਾਨੂੰ ਉਹਦੇ ਨਾਲ ਵਪਾਰ ਲਈ ਬਾਰਗੇਨਿੰਗ ਕਰਨੀ ਪਊਗੀ। ਫਸਲਾਂ ਦੀ ਕੀਮਤ ਜਿਹੜੀ ਤੈਅ ਹੋਦਾ, ਇਹਦੇ ਲਈ ਸਾਡੀ ਸਰਕਾਰ ਬੜਾ ਵੱਡਾ ਰੋਲ ਅਦਾ ਕਰ ਸਕਦੀ ਹੈ। ਜਿੰਨਾ ਚਿਰ ਤੱਕ ਤੁਹਾਡੀ ਫਸਲ ਦਾ ਮੰਡੀਕਰਨ ਨਹੀਂ ਹੁੰਦਾ, ਮੰਡੀਕਰਨ ਹੋਣ ਦੇ ਨਾਲ ਤੁਹਾਨੂੰ ਯਕੀਨ ਨਹੀਂ ਕਿ ਸਰਕਾਰ ਸਾਡੀ ਇਹ ਫਸਲ ਚੁੱਕੂਗੀ, ਉਨੀ ਦੇਰ ਤੱਕ ਤੁਸੀਂ ਕੋਈ ਨਾ ਚੱਜ ਨਾਲ ਫਸਲ ਬੀਜ ਸਕਦੇ ਹੋ, ਨਾ ਫਸਲ ਦੀ ਕਦਰ ਪੈਂਦੀ ਹੈ। ਜਦੋਂ ਬਾਦਲ ਦਾ ਰਾਜ ਦੇਖਿਆ, 3200 ਰੁਪਇਆ ਕੀਮਤ ਸੀ, ਬਾਸਮਤੀ ਦਾ ਰੇਟ ਸੀ ਸਾਰੇ ਪੰਜਾਬ 'ਚ, ਪਰ ਜਦੋਂ ਟਰਾਲੀ ਗਈ ਮੰਡੀ 'ਚ ਤੇ ਰੇਟ ਆ ਗਿਆ 1800 ਰੁਪਇਆ, ਤੇ 1800 ਤੋਂ ਜ਼ਿਆਦਾ ਜਾਂ 1900, ਰੌਲਾ ਪਿਆ ਤੇ 2200, ਪਰ ਨਾਲ ਹਰਿਆਣਾ ਦੇ ਵਿੱਚ 3200 ਰੇਟ ਨੂੰ ਅਖੀਰ ਤੱਕ ਚੁੱਕੀ ਉਹਨਾਂ ਨੇ। ਤੇ ਸਾਡਾ ਇਹ ਜਿੰਨਾ ਵੀ ਬੈਲਟ ਆ, ਜਿੰਨੀ ਪੰਜਾਬ ਦੇ ਨਾਲ ਲੱਗਦੀ, ਇਹ ਸਮਾਣਾ ਤੇ ਪਟਿਆਲਾ ਜ਼ਿਲ੍ਹਾ, ਇਹਨਾਂ ਨੇ ਆਪਣੀ ਸਾਰੀ ਜੀਰੀ ਉਧਰ ਵੇਚੀ, ਜਾ ਕੇ ਆਪਣੀ ਬਾਸਮਤੀ ਉਧਰ ਵੇਚੀ। ਫਿਰ ਉਹਨਾਂ ਨੇ ਬੈਰੀਕਟ ਲਾ ਲਏ, ਜੋ ਵੱਡੇ ਜਾਣ ਲੱਗੇ ਟਰਾਲੇ, ਉਹਨਾਂ ਨੇ ਬੈਰੀਕਟ ਲਾ ਲਏ। ਇਹਨਾਂ ਨੇ ਵੀ ਕਿਹਾ ਕਿ ਲਾਓ ਜੀ, ਕਿਉਂਕਿ ਇਹਨਾਂ ਦਾ ਧੰਦਾ ਬੰਦ ਹੁੰਦਾ ਸੀ। ਇਹ ਜ਼ਿਮੀਂਦਾਰਾਂ ਨੂੰ ਇਸ ਤਰ੍ਹਾਂ ਲੁੱਟਦੇ ਆ। ਤੇ ਫਿਰ ਜਦੋਂ ਮੰਡੀ 'ਚ ਚੁੱਕੀ ਗਈ, ਫਸਲਾਂ ਜੱਟ ਦੇ ਘਰੋਂ ਚਲੇ ਗਈਆਂ, ਉਦੋਂ ਜਾ ਕੇ ਤੇ 2400-2500 ਰੇਟ ਹੋਇਆ। ਇਹ ਇਸ ਤਰ੍ਹਾਂ ਲੁੱਟਦੇ ਨੇ ਸਾਨੂੰ। ਤੋ ਜਿਹੜਾ ਸਿਸਟਮ ਹੈ, ਇਹ ਇਮਾਨਦਾਰੀ ਨਾਲ ਲਾਗੂ ਕਰਵਾ ਸਕਦੀ ਹੈ ਤੇ ਸਾਡੀ ਸਟੇਟ ਸਰਕਾਰ ਕਰਵਾ ਸਕਦੀ ਹੈ। ਤੇ ਸੈਂਟਰ ਸਰਕਾਰ ਨੂੰ ਚਾਹੀਦਾ ਕਿ ਜਿਹੜਾ ਸਿਸਟਮ ਬਣਿਆ ਹੋਇਆ, ਇੱਕੋ 2 ਫਸਲਾਂ ਹੀ ਨੇ ਜਿਨ੍ਹਾਂ ਦੇ ਉੱਤੇ ਜ਼ਿਮੀਂਦਾਰ ਜਿਉਂਦਾ ਹੈ। ਕਿਤੇ ਰੋਲ ਪਿੱਟ ਕੇ ਜਦੋਂ ਚੁੱਕ ਲੈਂਦੇ ਨੇ ਤੇ 4 ਪੈਸੇ ਆ ਜਾਂਦੇ ਨੇ, ਬੁੱਤਾ ਸਰ ਜਾਂਦਾ, ਵਰਨਾ ਕੋਈ ਹਾਲਾਤ ਦੱਸਣ ਵਾਲੇ ਹੈ ਨਹੀਂ। ਅਸੀਂ ਜੋ ਕੁਝ, ਸਾਡੀ ਗੁਰਬਤ ਨੇ ਸਾਨੂੰ ਜਿਸ ਤਰ੍ਹਾਂ ਘੇਰਿਆ ਪੰਜਾਬ ਨੂੰ, ਜਿਸ ਤਰ੍ਹਾਂ ਪੰਜਾਬ ਸਟੇਟ ਕਰਜ਼ਾਈ ਹੋਈ ਪਈ ਆ, ਮੈਂ ਸਮਝਦਾ ਕਿ ਨਾ ਤੇ ਇਮਾਨਦਾਰੀ ਨਾਲ ਸਰਕਾਰਾਂ ਦੇ ਵਿੱਚ ਜਿਹੜੇ ਸਿਸਟਮ ਚੱਲਦੇ ਨੇ ਤੇ ਪੈਸਾ ਆਉਂਦਾ, ਤੇ ਨਾ ਸਾਡਾ ਕਰਜ਼ਾ ਲੱਥਣਾ ਸੀ, ਤੇ ਕਰਜ਼ਾ ਦਿੰਦੇ ਹੀ ਮਰ ਜਾਣਾ ਸੈਂਟਰ ਸਰਕਾਰ ਨੂੰ, ਜਿੰਨਾ ਪੰਜਾਬ ਸਟੇਟ ਸਰਕੇ ਕਰਜ਼ਾ। ਤੇ ਜਦੋਂ ਇਮਾਨਦਾਰੀ ਹੋਈ ਤੇ ਇੱਕ ਸਾਲ 'ਚ ਸਰਕਾਰ ਆਪਣੀ ਥਾਂ ਤੇ ਆ ਸਕਦੀ ਹੈ, ਆਪਣੇ ਜਿਹੜੇ ਸਿਟੀਜ਼ਨ ਨੇ ਉਹਨਾਂ ਨੂੰ ਸੁੱਖ ਦੇ ਸਕਦੀ ਹੈ।
ਸੋ ਮੈਂ ਧੰਨਵਾਦ ਕਰਦਾ ਇਹਨਾਂ ਨੌਜਵਾਨ ਵੀਰਾਂ ਦਾ ਜਿਨ੍ਹਾਂ ਨੇ ਕਿਸਾਨਾਂ ਦੇ ਹੱਕ 'ਚ ਆਵਾਜ਼ ਉਠਾ ਕੇ ਆਪਣੀ ਪਹਿਰੇਦਾਰੀ ਕੀਤੀ ਆ ਤੇ ਆਪਣੇ ਫਰਜ਼ ਅਦਾ ਕੀਤੇ ਨੇ। ਅਕਾਲ ਪੁਰਖ ਸੱਚੇ ਵਾਹਿਗੁਰੂ ਕਿਰਪਾ ਕਰੇ ਸਾਡੀ ਨੌਜਵਾਨ ਪੀੜ੍ਹੀ ਜਿਸ ਵੀ ਕਿੱਤੇ ਦੇ ਵਿੱਚ ਹੋਵੇ, ਇਹ ਔਖੇ ਸਮੇਂ ਤੁਹਾਨੂੰ ਕਦੇ ਵੀ ਤੁਸੀਂ ਢਿੱਡ ਭਰਨਾ ਹੈ ਤੇ ਕਿਸਾਨ ਦੀ ਯਾਦ ਆਉਣੀ ਆ ਤੇ ਉਸ ਕਿਸਾਨ ਦੇ ਅੱਜ ਨਾਲ ਸਾਨੂੰ ਖੜਨਾ ਚਾਹੀਦਾ, ਕਿਉਂਕਿ ਸਾਡੀ ਜਿਹੜੀ ਜ਼ਿੰਦਗੀ ਆ ਉਹ ਕਿਸਾਨੀ ਨਾਲ ਜੁੜੀ ਹੋਈ ਆ। ਸਾਡੀ ਬਹੁਤ ਸੰਮਤੀ ਜਿਹੜੀ ਆ ਪੰਜਾਬ ਦੇ ਚੋਂ ਕਿਸਾਨੀ ਨਾਲ ਜੁੜੀ ਹੋਈ ਆ। ਜੇ ਕਿਤੇ ਅੱਜ ਵਪਾਰੀ ਆ ਤੇ ਉਹ ਵੀ ਕਿਸਾਨ ਦਾ ਜੇ ਕਿਤੇ ਢਿੱਡ ਭਰੂ ਤੇ ਉਹਦਾ ਭਰਨਾ ਆ, ਜਾਂ ਉਹਨੇ ਜਿਉਂਦੇ ਰਹਿਣਾ, ਵਰਨਾ ਉਹਦਾ ਵੀ ਕੁਛ ਨਹੀਂ ਰਹਿਣਾ। ਜੇ ਕੋਈ ਅੱਜ ਮਜ਼ਦੂਰ ਆ ਤੇ ਉਹਨੇ ਵੀ ਮੰਡੀਆਂ 'ਚ ਲੇਬਰ ਕਰਕੇ ਰੋਟੀ ਖਾਣੀ ਹੈ ਤੇ ਬੱਚਿਆਂ ਨੂੰ ਖਵਾਉਣੀ ਆ। ਇੱਥੇ ਸਾਰਾ ਕੁਝ ਤਹਿਸ਼ ਨਹਿਸ਼ ਹੋ ਜਾਵੇ, ਉਸ ਤੋਂ ਪਹਿਲਾਂ ਸਰਕਾਰਾਂ ਨੂੰ ਚਾਹੀਦਾ ਇਸ ਪਾਸੇ ਧਿਆਨ ਦੇਣ। ਜਿਹੜੀ ਐਗਜ਼ੈਕਟਿਵ ਬਣਾ ਲਈ ਕਿਸਾਨ ਜਥੇਬੰਦੀਆਂ ਨੇ, ਸੈਂਟਰ ਸਰਕਾਰ ਨੂੰ ਬੜੀ ਸੁਹਿਰਦਤਾ ਨਾਲ ਢੀਠਤਾਈ ਛੱਡ ਕੇ, ਇਹ ਜਿੱਦ ਛੱਡ ਕੇ ਸਟੇਟਾਂ ਦੇ ਹੱਕ ਵਿੱਚ ਉਹਨਾਂ ਦੇ ਫਾਇਦੇ ਲਈ ਕੋਈ ਕੰਮ ਕਰਨੇ ਚਾਹੀਦੇ ਨੇ। ਸੋ ਮੈਂ ਸਮੂਹ ਸੰਗਤਾਂ ਦਾ, ਕਿਸਾਨ ਜਥੇਬੰਦੀਆਂ ਦਾ, ਨੌਜਵਾਨ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਆਪਣਾ ਫਰਜ਼ ਨਿਭਾਉਂਦੇ ਹੋਏ ਜਿੰਨਾ ਵੀ ਯੋਗਦਾਨ ਪਾ ਸਕਣ ਬਹੁਤ ਚੰਗੀ ਗੱਲ ਹੈ। ਤੇ ਦੂਸਰੇ ਜਿਨ੍ਹਾਂ ਨੇ ਅਜੇ ਨਹੀਂ ਪਾਇਆ ਉਹ ਵੀ ਨਾਲ ਸਪੋਰਟ ਕਰਨ, ਜਿਹੜੇ ਰੂਪ ਵਿੱਚ ਵੀ ਸਪੋਰਟ ਕਰ ਸਕਦੇ ਆ। ਸੋ ਭੁੱਲ ਚੁੱਕ ਲਈ ਖੇਮਾ ਜੀ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਦਾ ਇੱਕ ਇੱਕ ਕਮਾਇਆ ਹੋਇਆ ਬੋਲ ਆਪਾਂ ਸਾਰਿਆਂ ਨੇ ਸੁਣਿਆ, ਔਰ ਇਹਨਾਂ ਬੋਲਾਂ ਦਾ ਆਪਣੇ ਉੱਤੇ ਅਸਰ ਵੀ ਹੋਣਾ। ਬਾਬਾ ਸੁਖਵਿੰਦਰ ਸਿੰਘ ਜੀ ਰਦਵਾੜਾ ਸਾਹਿਬ ਵਾਲੇ ਉਹ ਵੀ ਆਏ ਨੇ। ਮੈਂ ਬੇਨਤੀ ਕਰਾਂਗਾ, ਕਿਉਂਕਿ ਅਦਾਕਾਰ ਵੀ ਅੱਜ ਪੰਜਾਬ ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।